ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਇਸ ਵਕਤ ਮੇਰੇ ਨਾਲ ਡਾਕਟਰ ਬੀਬਾ ਰਜਿੰਦਰ ਕੌਰ ਹੋਰੀ ਜੀ ਜੁੜੇ ਹੋਏ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਪਤਾ ਹੈ। ਸੋ ਰੇਡੀਓ ਪੰਜਾਬ ਟੂਡੇ ਹਮੇਸ਼ਾ ਇੱਕ ਅਹਿਮ ਮੁੱਦੇ ਚੁੱਕਦਾ ਆ ਰਿਹਾ। ਸੋ ਅੱਜ ਇੱਕ ਅਜਿਹਾ ਮੁੱਦਾ ਹੈ, ਕਿਉਂਕਿ ਕਾਰਨ ਕੀ ਹੈ ਕਿ ਮੈਂ ਹੁਣ ਅੰਮ੍ਰਿਤਸਰ ਗਿਆ ਸੀਗਾ। ਅੰਮ੍ਰਿਤਸਰ ਦੇ ਵਿੱਚ ਮੈਨੂੰ 84 ਦੀਆਂ ਕੁਛ ਯਾਦਾਂ ਜਿਹੜੀਆਂ ਨੇ ਉਹ ਯਾਦ ਆਈਆਂ, ਮੁੜ ਹਰੀਆਂ ਹੋਈਆਂ। ਇਹਨਾਂ ਯਾਦਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਭ ਤੋਂ ਦਰਦਨਾਕ ਯਾਦ ਸੀਗੀ ਪੁਲਿਸ ਵੱਲੋਂ ਕੀਤੇ ਜਾਂਦੇ ਟੌਰਚਰ ਦੀ। ਗੱਲ ਕਰੀਏ ਤਾਂ ਚੁੱਕਿਆ ਬੰਦਾ ਮੁਕਾਤਾ, ਪਤਾ ਨਹੀਂ ਕਿਸੇ ਨੂੰ ਹਜੇ ਤੱਕ ਮਿਲਿਆ ਕਿ ਨਹੀਂ ਮਿਲਿਆ, ਕੀ ਹੋਇਆ। ਸੂਏ ਟਪਾ ਦਿੱਤੇ ਗਏ, ਅੱਖਾਂ ਕੱਢ ਲਈਆਂ ਗਈਆਂ। ਜੇਕਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰੀਏ ਤਾਂ ਇਕੱਲੇ 3 ਜਿਹੜੀਆਂ ਸ਼ਮਸ਼ਾਨ ਘਾਟਾਂ ਨੇ ਉਹਨਾਂ ਦਾ ਹੀ ਜਿਵੇਂ ਆਪਾਂ ਕਹਿੰਦੇ ਤਰਦਾ ਰਿਕਾਰਡ ਜਾਂ ਉਹਨਾਂ ਦੇ ਹੱਥ ਲੱਗਿਆ ਤਾਂ ਕੋਈ 3000 ਜਿਹੜੀਆਂ ਲਾਸ਼ਾਂ ਦਾ, ਅਣਪਛਾਤੀਆਂ ਲਾਸ਼ਾਂ ਦਾ ਬਾਅਦ ਦੇ ਵਿੱਚ, ਜਿਨ੍ਹਾਂ ਦਾ ਇਹ ਵੀ ਕਹਿਤਾ ਵੀ ਉੱਤੇ ਲਾਸ਼ ਅਣਪਛਾਤੀ ਅਤੇ ਥੱਲੇ ਐਡਰੈਸ ਵੀ ਦਿੱਤਾ, ਉਹਨਾਂ ਦੇ ਸੰਸਕਾਰ ਕੀਤੇ ਗਏ। ਸੋ ਕਹਿਣ ਤੋਂ ਭਾਵ ਵੀ ਪੁਲਿਸ ਜਿਹੜੀ ਆ ਉਹ ਕਿਸੇ ਵੀ ਦੇਸ਼ ਦੀ ਭਲੀ ਨਹੀਂ ਹੁੰਦੀ। ਤੌਰ ਤਰੀਕੇ ਬਦਲਦੇ ਨੇ, ਟੌਰਚਰ ਕੀਤਾ ਜਾਂਦਾ ਹੈ, ਕਸਟੋਡੀਅਲ ਟੌਰਚਰ ਹੁੰਦਾ ਹੈ। ਉਹ ਕਾਹਦੇ ਲਈ ਹੁੰਦਾ ਹੈ? ਮਨਾਉਣਾ ਹੈ, ਕੀ ਕਰਨਾ। ਜਾਂ ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਰਾਜੇ ਸੀ ਉਹ ਆਪਣੇ ਜਿਹੜੀ ਪੁਲਿਸ ਉਸ ਵਕਤ ਦੀ ਪੁਲਿਸ ਹੁੰਦੀ ਸੀ ਉਹ ਵੀ ਲੋਕਾਂ ਨੂੰ ਫੜ ਕੇ ਟੌਰਚਰ ਕਰ ਦਿੰਦੀ ਸੀ। ਚੋਰੀ ਕੀਤੀ, ਹੱਥ ਵੱਢ ਦਿੱਤੇ, ਰੇਪ ਕੀਤਾ, ਜਿਹੜੇ ਨੇ ਲਿੰਗ ਵੱਢ ਦਿੱਤੇ, ਅੱਖਾਂ ਕੱਢ ਦਿੱਤੀਆਂ ਗਈਆਂ। ਪਤਾ ਨਹੀਂ ਕੀ ਕੁਛ ਕਰਦੇ ਸੀ, ਸ਼ਾਇਦ ਉਹਨਾਂ ਨੂੰ ਆਨੰਦ ਆਉਂਦਾ ਸੀ। ਸਮਾਂ ਬਦਲਦਾ ਗਿਆ, ਹਾਲਾਤ ਬਦਲਦੇ ਗਏ, ਹਿਊਮਨ ਰਾਈਟਸ ਵੀ ਉੱਠੀਆਂ। ਟੋਕੀਓ ਉਹ ਸੀ, ਭਾਵੇਂ ਤੁਸੀਂ ਅਮਰੀਕਾ ਲੈ ਲਓ, ਕਿਤੇ ਵੀ ਲੈ ਲਓ, ਇਹ ਜਿਹੜੀਆਂ ਚੀਜ਼ਾਂ ਨੇ ਸਾਹਮਣੇ ਸਮੇਂ ਦੇ ਵਿੱਚ ਆਉਂਦੀਆਂ ਰਹੀਆਂ ਨੇ। ਪਰ ਕਿਉਂਕਿ ਸਾਡਾ ਜਿਹੜਾ ਆਪਣਾ ਅਸੀਂ ਜੁੜੇ ਹੋਏ ਹਾਂ ਪੰਜਾਬ ਦੇ ਨਾਲ, ਭਾਰਤ ਦੇ ਨਾਲ, ਇੱਥੇ ਵੀ ਕੋਈ ਹਿਸਟਰੀ ਜਿਹੜੀ ਆ ਟੌਰਚਰ ਦੀ ਕੋਈ ਨਵੀਂ ਨਹੀਂ ਹੈ। ਅੰਗਰੇਜ਼ਾਂ ਤੋਂ ਲੈ ਕੇ ਜੇਕਰ ਦੇਖੋ ਤੁਸੀਂ, ਬੜੇ ਸੰਦ ਬਣੇ ਹੋਏ ਸੀ। ਸਭ ਤੋਂ ਵੱਡੀ ਗੱਲ, ਕਾਠ। ਬੰਦੇ ਨੂੰ ਕਹਿੰਦਾ ਕੀ ਫਲਾਨਾ ਤੇਰੀ ਲੱਤ ਕਾਠ 'ਚ ਦਿੱਤੀ ਆ, ਨਾ ਬੰਦਾ ਇੱਧਰ ਦਾ ਨਾ ਉੱਧਰ ਦਾ। ਸੋ ਅੱਜ ਗੱਲ ਉਹੀ ਕਰਾਂਗੇ ਕਿ ਜਿਹੜਾ ਪੁਲਿਸ ਟੌਰਚਰ ਆ, ਵਰਦੀ ਆ ਜਿਹੜੀ, ਉਹ ਇੰਨੀ ਜ਼ਾਲਮ ਕਿਉਂ ਹੋ ਜਾਂਦੀ ਹੈ। ਵਰਦੀ ਪਾ ਕੇ ਬੰਦਾ ਇੰਨਾ ਜ਼ਾਲਮ ਕਿਉਂ ਹੋ ਜਾਂਦਾ ਕਿ ਦੁਨੀਆਦਾਰੀ ਭੁੱਲ ਜਾਂਦਾ। ਸਤਿ ਸ਼੍ਰੀ ਅਕਾਲ ਭੈਣ ਜੀ। ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਗੱਲ ਕਰਦੇ ਹਾਂ। ਵਰਦੀ ਜਿਹੜੀ ਆ, ਕਿ ਬੰਦਾ ਸਾਈਕੈਟ੍ਰਿਕ, ਜਿਵੇਂ ਆਪਾਂ ਦਿਮਾਗੀ ਤੌਰ ਦੇ ਉੱਤੇ ਬਿਮਾਰ ਹੋ ਜਾਂਦਾ ਜਦੋਂ ਵਰਦੀ ਪਾ ਲੈਂਦਾ, ਤੇ ਜ਼ੁਲਮੋ ਸਿਤਮ ਦੀਆਂ ਜਿਹੜੀਆਂ ਹੱਦਾਂ ਪਾਰ ਕਰ ਜਾਂਦਾ। ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਭਾਜੀ। ਦਰਅਸਲ ਤੁਹਾਡੀਆਂ ਗੱਲਾਂ ਹੀ ਦਿਲ ਨੂੰ ਟੁੰਬਦੀਆਂ ਸਨ। ਅਸਲ ਵਿੱਚ ਵੱਡੀ ਗੱਲ ਇਹ ਹੈ ਕਿ ਜਦੋਂ ਵਰਦੀ ਧਾਰੀਆਂ ਵੱਲੋਂ ਕਹਿ ਹਟਾਇਆ ਗਿਆ ਹੋਏ ਤਾਂ ਜਿਹੜਾ ਵੀ ਜਣਾ ਆਵਾਜ਼ ਚੁੱਕਦਾ, ਸਭ ਤੋਂ ਪਹਿਲਾਂ ਤਾਂ ਉਹਦੇ ਉੱਤੇ ਉਂਗਲ ਚੱਕ ਦਿੱਤੀ ਜਾਂਦੀ ਹੈ ਕਿ ਦੇਸ਼ ਧਰੋਹੀ ਹੈ, ਕਿ ਇਹਨੇ ਗੱਲ ਕੀਤੀ ਹੋਈ ਕਿਵੇਂ, ਕਿ ਜੋ ਵੀ ਕੁਝ ਵਰਦੀ ਧਾਰੀਆਂ, ਭਾਵੇਂ ਉਹ ਫੌਜੀ ਵਰਦੀ ਹੈ ਤੇ ਭਾਵੇਂ ਉਹ ਪੁਲਿਸ ਦੀ ਵਰਦੀ ਹੈ, ਉਹਦੇ ਅਧੀਨ ਕੀਤੇ ਜਿੰਨੇ ਵੀ ਜ਼ੁਲਮ ਨੇ, ਜਿੰਨੇ ਵੀ ਜੁਰਮ ਨੇ ਜੀ, ਉਹਨਾਂ ਨੂੰ ਮਾਨਤਾ ਦਿੱਤੀ ਜਾਂਦੀ। ਕਿਸ ਤਰੀਕੇ ਹੈ, ਮੈਂ ਉਹਦੇ ਤੇ ਅੱਜ ਤੁਹਾਡੇ ਨਾਲ ਗੱਲ ਜ਼ਰੂਰ ਸਾਂਝੀ ਕਰਾਂਗੀ। ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਟੋਕੀਓ, ਤਾਂ ਸੰਨ 1991 ਤੋਂ 95 ਤੱਕ ਕਰੋਸ਼ੀਆ ਤੇ ਬੋਸਨੀਆ ਵਿਚਲੀ ਜੰਗ ਜਦੋਂ ਹੋਈ ਸੀ, ਉਦੋਂ ਬੋਸਨੀਆ ਦੀਆਂ ਮੁਸਲਮਾਨ ਔਰਤਾਂ ਨਾਲ ਫੌਜੀਆਂ ਨੇ ਰੱਜ ਕੇ ਬਲਾਤਕਾਰ ਕੀਤਾ ਸੀ। ਉਸ ਨੂੰ ਐਥਨਿਕ ਕਲੀਨਜ਼ਿੰਗ ਦਾ ਨਾਂ ਦਿੱਤਾ ਗਿਆ। ਯਾਨੀ ਇਹ ਨਸਲਕੁਸ਼ੀ ਦਾ ਇੱਕ ਨਵਾਂ ਅੰਦਾਜ਼ ਮੰਨ ਲਿਆ ਗਿਆ, ਤੇ ਜਿਸ ਨੂੰ ਜਾਇਜ਼ ਕਰਾਰ ਦਿੱਤਾ ਗਿਆ ਕਿ ਜੇ ਸਮੂਹਕ ਬਲਾਤਕਾਰ ਕਰਨ ਬਾਅਦ ਗਰਭ ਠਹਿਰਾ ਦਿੱਤਾ ਜਾਵੇ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਉਹਦਾ ਬੀਜ ਨਾਸ ਹੋ ਜਾਏਗਾ, ਉਹਨਾਂ ਦੀ ਅਗਲੀ ਪੁਸ਼ਤ ਦੇ ਵਿੱਚ ਇਹਨਾਂ ਦਾ ਬੀਜ ਵੜ ਜਾਏਗਾ ਤੇ ਉਹ ਹਮੇਸ਼ਾ ਲਈ ਕੁੱਲ ਦਾ ਖਾਤਮਾ ਹੋ ਜਾਏਗਾ। ਸੋ ਇਹਨੂੰ ਇੱਕ ਨੰਬਰ 1 ਇਹਦਾ ਗਿਣ ਲਿਆ ਗਿਆ ਕਿ ਤੁਸੀਂ ਦਿਸ ਇਜ਼ ਦੀ ਓਨਲੀ ਵੇ। ਜਦੋਂ ਤੁਸੀਂ ਜ਼ੁਲਮ ਢਾਣਾ ਤੇ ਭਾਵੇਂ ਅਗਲੇ ਨੂੰ ਤੋੜਨਾ ਹੋਵੇ ਕਿਸੇ ਨੂੰ, ਤਾਂ ਉਹਦੇ ਸਾਹਮਣੇ ਉਹਦੀ ਮਾਂ ਨਿਰਵਸਤਰ ਕਰ ਦਿੱਤੀ ਜਾਵੇ, ਜਾਂ ਉਹਦੇ ਪਿਤਾ ਦੇ ਸਾਹਮਣੇ ਧੀ ਦਾ ਬਲਾਤਕਾਰ ਕਰ ਦਿੱਤਾ ਜਾਵੇ। ਇਹ ਨੁਕਤੇ ਜਿਨ੍ਹਾਂ ਨੂੰ ਜਾਇਜ਼ ਕਰਾਰ ਦਿੱਤਾ ਗਿਆ, ਉਹਦੇ ਵਿੱਚ 2004 ਸੰਨ ਵਿੱਚ ਕਸ਼ਮੀਰ ਵਿੱਚ ਜਦੋਂ 16 ਸਾਲਾ ਹਮੀਦਾ ਦਾ ਭਾਰਤੀ ਫੌਜੀ ਅਫਸਰ ਨੇ ਬਲਾਤਕਾਰ ਕੀਤਾ ਸੀ, ਉਦੋਂ ਅੰਤਰਰਾਸ਼ਟਰੀ ਪੱਧਰ ਉੱਤੇ ਆਵਾਜ਼ ਉੱਠੀ ਸੀ। ਬਿਲਕੁਲ
ਉਦੋਂ ਇੰਗਲੈਂਡ ਦੀਆਂ ਅਖਬਾਰਾਂ ਵਿੱਚ ਜੋ ਖਬਰਾਂ ਛਪੀਆਂ, ਮੈਂ ਵੱਖੋ ਵੱਖ ਕਟਿੰਗਸ ਲਈ ਬੈਠੀ ਸਾਂ ਕਿ ਉਹ ਅਲੱਗ-ਅਲੱਗ ਨੇ। ਕਿਸੇ ਨੇ 23 ਤੋਂ ਲੈ ਕੇ ਲਗਭਗ 100 ਕਸ਼ਮੀਰੀ ਔਰਤਾਂ ਦਾ, ਹੁਣ ਉਹਦੇ ਨਾਮ ਦੇਖੋ ਕੀ ਦਿੱਤਾ ਗਿਆ ਸੀ, ਆਰਮੀ ਸਰਚ ਆਪਰੇਸ਼ਨ। ਅੱਛਾ ਜੀ। ਇਸ ਨੂੰ ਨਾਮ ਬਕਾਇਦਾ ਦਿੱਤਾ ਗਿਆ ਬਲਾਤਕਾਰ ਕਰਨ ਨੂੰ, ਕਿ ਉਹਨਾਂ ਨੂੰ ਕਿਹਾ ਗਿਆ ਤੁਸੀਂ ਆਰਮੀ ਸਰਚ ਆਪਰੇਸ਼ਨ ਅਧੀਨ ਸਾਰਿਆਂ ਦਾ ਰੱਜ ਕੇ ਬਲਾਤਕਾਰ ਕਰਨਾ ਹੈ। ਜਿਸ 'ਚ ਜੋ ਇੰਗਲੈਂਡ ਵਿੱਚ ਖਬਰ ਛਪੀ, ਜਿਸ 'ਚ ਸਭ ਤੋਂ ਛੋਟੀ ਬੱਚੀ 11 ਸਾਲ ਦੀ ਸੀ ਤੇ ਸਭ ਤੋਂ ਵੱਡੀ 60 ਸਾਲਾ ਔਰਤ ਸੀ ਜੀ। ਹੁਣ ਦੇਖੋ ਕਿਸ ਤਰੀਕੇ ਵੱਖੋ ਵੱਖਰੇ ਸਮਿਆਂ ਵਿੱਚ ਉਦੋਂ ਹੀ 11 ਜੁਲਾਈ ਸਨ 2004 ਵਿੱਚ, ਜੇ ਤੁਹਾਨੂੰ ਚੇਤੇ ਹੋਏਗਾ, ਤੇ ਨਿਰਵਸਤਰ ਹੋ ਕੇ ਔਰਤਾਂ ਨੇ ਮਨੀਪੁਰ ਦੀਆਂ ਔਰਤਾਂ ਨੇ ਨਾਅਰੇ ਲਾਏ ਸਨ। ਬਿਲਕੁਲ ਯਾਦ ਹੈ। ਇੰਡੀਆ ਦੇ ਵਿੱਚ ਹਾਓ ਨਿਰਲੱਜ ਹਿੰਦੁਸਤਾਨੀ ਸੂਰਮਿਓ, ਸਾਡਾ ਵੀ ਬਲਾਤਕਾਰ ਕਰੋ, ਹੈਡਲਾਈਨ ਸੀ ਜਿਹੜੀ ਕਿ ਇੰਟਰਨੈਸ਼ਨਲ ਲੈਵਲ ਤੇ ਇਹ ਪ੍ਰੋਜੈਕਟ ਹੋਈ, ਜਿਸ ਵਿੱਚ ਦੇਖੋ ਜੇ ਸ਼ਾਇਦ ਕੋਈ ਭੁੱਲ ਗਿਆ ਹੋਏ ਜਾਂ ਜਿਹੜੇ ਅੱਜ ਸੁਣ ਰਹੇ ਨੇ ਉਹਨਾਂ ਨੂੰ ਮੈਂ ਥੋੜਾ ਜਿਹਾ ਦੱਸ ਦਿਆਂ ਕਿਸ ਤਰੀਕੇ ਦੀ ਲਾਸ਼ ਥੰਗ ਜਾਂ ਮਨੋਰਮਾ ਦੀ ਜਦੋਂ ਮਿਲੀ ਸੀ, ਜਿਸ ਨੇ ਹਿਲਾ ਕੇ ਰੱਖ ਦਿੱਤਾ ਸਾਰੀ ਦੁਨੀਆ ਨੂੰ। 32 ਸਾਲਾ ਉਹ ਔਰਤ ਸੀ, ਗੋਲੀਆਂ ਨਾਲ ਵਿੰਨ ਕੇ ਬੁਰੀ ਤਰ੍ਹਾਂ ਵੱਡੀ ਕੱਟੀ ਲਾਸ਼ ਉਹਦੀ ਨਿਰਵਸਤਰ ਬਣਾ ਕੇ 3 ਕਿਲੋਮੀਟਰ ਦੂਰ ਪੁਲਿਸ ਥਾਣੇ ਤੋਂ ਸੁੱਟੀ ਗਈ ਸੀ। ਜਦ ਕਿ ਇੱਕ ਦਿਨ ਪਹਿਲਾਂ ਰਾਤ 10 ਜੁਲਾਈ ਨੂੰ ਯਾਨੀ 11 ਸਵੇਰੇ ਏਦਾਂ ਲਾਸ਼ ਲੱਭਦੀ ਹੈ ਤੇ ਰਾਤ ਨੂੰ ਸੁੱਤੀ ਨੂੰ ਉਹਨੂੰ ਚੁੱਕਿਆ ਗਿਆ ਸੀ। ਹੁਣ ਦੇਖੋ ਜਿਹੜੀ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਵੀ ਕਹਿੰਦੇ ਆ ਕਿ ਜਿੱਥੇ ਲਾਸ਼ ਸੁੱਟੀ ਸੀ ਉੱਥੇ ਇੱਕ ਬੂੰਦ ਵੀ ਖੂਨ ਦਾ ਨਹੀਂ ਸੀ, ਸਾਰੇ ਕਿਸੇ ਹੋਰ ਥਾਂ ਤੇ ਮਾਰਿਆ ਗਿਆ ਸੀ, ਕਿਉਂਕਿ ਪੱਟਾਂ ਵਿੱਚ ਹੀ 32 ਗੋਲੀਆਂ ਵੱਜੀਆਂ ਸਨ। ਤਾਂ ਇਹਦਾ ਮਤਲਬ ਹੈ ਅੰਦਰੂਨੀ ਅੰਗਾਂ ਦੇ ਆਸ-ਪਾਸ ਵੀ ਤੇ ਪੱਟਾਂ 'ਚ ਵੀ, ਤੇ ਫਿਰ ਉਹਦੇ ਘੜੀਸੇ ਹੋਏ ਦੇ ਉਹਨੂੰ। ਫਿਰ ਉਸ ਤੋਂ ਬਾਅਦ ਜਿਹੜਾ ਲਿਖਿਆ ਗਿਆ ਸੀ ਕਿ 37 ਜਣਿਆਂ ਨੇ ਰਲ ਕੇ ਬਲਾਤਕਾਰ ਕੀਤਾ ਸੀ ਤੇ 16 ਗੋਲੀਆਂ ਉਹਦੇ ਵਿੰਨੀਆਂ ਪਈਆਂ ਅਲੱਗ-ਅਲੱਗ ਥਾਵਾਂ ਤੇ ਪੱਟਾਂ ਤੋਂ ਇਲਾਵਾ ਦੀ। ਤੇ ਇਹ 1 ਕਿਲੋਮੀਟਰ ਦੂਰ ਇੰਨੀ ਵਹਿਸ਼ਿਆਨਾ ਤਰੀਕੇ ਨਾਲ ਮਾਰ ਕੁਟਾਈ ਕਰਕੇ ਵਾਢੀ ਟੁੱਕੀ ਲਾਸ਼ ਨੂੰ, ਤੇ ਫਿਰ ਕਹਿਣਾ ਵੀ ਇਹ ਭੱਜ ਗਈ ਸੀ ਔਰਤ ਤੇ ਤਾਂ ਇਹ ਕਰਨਾ ਪਿਆ, ਯਾਨੀ ਲਾਹਨਤ ਹੀ ਹੈ ਮੈਂ ਤਾਂ ਕਹਿ ਸਕਦੀ ਹਾਂ। ਕਿ ਇਸ ਦੇ ਵਿਰੋਧ ਵਿੱਚ ਜਦੋਂ ਤੱਕ ਉਹ ਔਰਤਾਂ ਨਿੱਤਰ ਕੇ ਨਹੀਂ ਸਾਹਮਣੇ ਆਈਆਂ, ਦੁਨੀਆ ਭਰ ਵਿੱਚ ਕਿਸੇ ਨੇ ਆਵਾਜ਼ ਨਹੀਂ ਚੁੱਕੀ ਇਸ ਡਰ ਖੁਣੋ ਕਿ ਉਹ ਭਾਰਤੀ ਫੌਜੀ ਸਨ, ਤੇ ਜੇ ਉਹਨਾਂ ਦੇ ਵਿਰੁੱਧ ਆਵਾਜ਼ ਚੁੱਕੀ ਤਾਂ ਸਾਡੇ ਉੱਤੇ ਦੇਸ਼ ਧਰੋਹ ਦਾ ਮਾਮਲਾ ਦਰਜ ਹੋ ਜਾਏਗਾ। ਹੁਣ ਦੇਖੋ 1947 ਵਿੱਚ ਕੀ ਵਾਪਰਿਆ ਸੀ, ਉਦੋਂ ਵੀ ਡੋਗਰਾ ਬਟਾਲੀਅਨ ਸੀ ਮੀਰਪੁਰ ਵਿਖੇ। ਹੁਣ ਇਹ ਚੀਜ਼ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਗਿਆ ਸੀ, ਸਿਰਫ ਜੇ UN ਨੇ ਨਾ ਚੱਕਿਆ ਹੁੰਦਾ ਤਾਂ ਸ਼ਾਇਦ ਅੱਜ ਦੁਨੀਆ ਵਿੱਚ ਇਹਨਾਂ ਔਰਤਾਂ ਦੀ ਕੋਈ ਆਵਾਜ਼ ਨਾ ਬਣਦਾ। 1947 ਵਿੱਚ ਮੀਰਪੁਰ ਵਿਖੇ ਸਿੱਖ ਤੇ ਮੁਸਲਮਾਨ ਔਰਤਾਂ ਦਾ ਜੋ ਸ਼ਬਦ ਲਿਖੇ ਗਏ ਨੇ UN ਵੱਲੋਂ ਕਿ ਬੁੱਚੜਾਂ ਵਾਂਗ ਬਲਾਤਕਾਰ ਕੀਤਾ ਗਿਆ, ਤਾਂ ਉਹਦੇ ਵਿੱਚ ਹੁਣ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਡੋਗਰਾ ਬਟਾਲੀਅਨ ਕਰ ਰਹੀ ਹੈ, ਆਵਾਜ਼ ਨਹੀਂ ਚੁੱਕੀ ਜਾਏਗੀ। ਪਾਕਿਸਤਾਨੀ ਪਸ਼ਤੂਨਾਂ ਨੇ ਵੀ ਫਿਰ ਉਦੋਂ ਬੇਅੰਤ ਔਰਤਾਂ ਨਾਲ ਇਸੇ ਤਰ੍ਹਾਂ ਜ਼ਬਰ ਜਨਾਹ ਕੀਤਾ, ਮਾਰਿਆ ਕੱਟਿਆ। ਉਹਨਾਂ ਨੂੰ ਪਤਾ ਸੀ ਵੀ ਨਾਮ ਸਿਰਫ ਡੋਗਰਾ ਬਟਾਲੀਅਨ ਦਾ ਲੱਗ ਜਾਣਾ, ਸੋ ਇਸੇ ਕਰਕੇ ਉਹ ਜਿਹੜੇ ਵਰਦੀ ਹੇਠ ਲੁਕੇ ਹਵਾਨਾਂ ਬਾਰੇ ਇਹ ਗੱਲ ਹੋਏਗੀ, ਅਸੀਂ ਲੁਕ ਜਾਵਾਂਗੇ। ਪਰ ਇਹ ਚੀਕਾਂ ਦਫਨ ਹੋ ਗਈਆਂ ਸਨ। ਜੇ UN ਨਾ ਚੱਕਦਾ ਤਾਂ ਸ਼ਾਇਦ ਇਹਨਾਂ ਬਾਰੇ ਗੱਲ ਬਾਹਰ ਨਾ ਨਿਕਲਦੀ। 1988 ਵਿੱਚ ਕਿਉਂ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਗੈਰਤਮੰਦ ਵੀਰ ਭੈਣ ਸੁਣ ਰਹੇ ਨੇ, ਬਜ਼ੁਰਗ ਜਾਂ ਬੱਚੇ, ਸਿਰਫ ਉਹਨਾਂ ਲਈ ਇੱਕ ਹਾਂ ਦਾ ਨਾਅਰਾ ਮਾਰ ਕੇ ਜਗਾਉਣ ਦੀ ਕੋਸ਼ਿਸ਼ ਹੈ ਕਿ ਜੰਮੂ ਕਸ਼ਮੀਰ ਵਿੱਚ ਉਦੋਂ ਵੀ ਅਣਗਿਣਤ ਬੁੱਧੀਜੀਵੀਆਂ ਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੇ ਹੀ ਪਹਿਲੀ ਵਾਰ ਚੁੱਪੀ ਤੋੜੀ ਸੀ। ਭਾਰਤ ਦੇ ਅੰਦਰ ਵੀ 1988 ਵਿੱਚ ਕਿ ਭਾਰਤੀ ਸਿਰਫ ਫੌਜੀ ਨਹੀਂ, CRPF BSF ਦੇ ਜਵਾਨਾਂ ਨੇ ਵੀ ਜੋ ਔਰਤਾਂ ਉੱਤੇ ਅਣਮਨੁੱਖੀ ਤਸ਼ੱਦਦ ਢਾਇਆ, ਰੱਜ ਕੇ ਸ਼ੋਸ਼ਣ ਕੀਤਾ, ਉਹਦੇ ਲਈ ਅਸੀਂ ਆਵਾਜ਼ ਚੁੱਕਦੇ ਹਾਂ, ਕਿਉਂਕਿ ਜੇ ਅਸੀਂ ਚੁੱਪੀ ਧਾਰ ਰੱਖੀ ਤਾਂ ਅਸੀਂ ਉਹਦੇ ਵਿੱਚ ਬਰਾਬਰ ਦੇ ਜ਼ਿੰਮੇਦਾਰ ਮੰਨੇ ਜਾਵਾਂਗੇ। ਸੋ ਇਹੀ ਕਾਰਨ ਸੀ ਅੱਜ ਦੇ ਪ੍ਰੋਗਰਾਮ ਦੀ ਕਿ ਜਿੱਥੇ ਦੱਸੀਏ ਕਿ ਜਿਵੇਂ ਉਦੋਂ ਕਹਿਰ ਉੱਠਿਆ ਸੀ ਕਿ ਜਿਸ ਵਿੱਚ ਇਹ ਵੇਖਦੇ ਹਾਂ ਕਿ ਫੌਜੀ ਇਹ ਕਰ ਰਹੇ ਨੇ,
ਉਦੋਂ ਮੁਸਲਮਾਨ ਸਨ ਅੱਤਵਾਦੀ, ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੇ ਘਰ-ਬਾਰ ਲੁੱਟ ਕੇ, ਉਦੋਂ ਇਹ ਖਬਰਾਂ ਵੀ ਛਪੀਆਂ ਸੀ ਕਿਵੇਂ ਉਹਨਾਂ ਦੀਆਂ ਬੇਟੀਆਂ ਨੂੰ, ਉਹਨਾਂ ਦੀਆਂ ਔਰਤਾਂ ਨੂੰ ਉਹਨਾਂ ਦੇ ਸਾਹਮਣੇ ਉਹਨਾਂ ਦੇ ਪਿਓਆਂ ਦੀਆਂ ਹੱਥ ਪੈਰ ਵੱਢ ਕੇ ਤੇ ਕਿਵੇਂ ਉਹਨਾਂ ਦਾ ਬਲਾਤਕਾਰ ਕੀਤਾ, ਕਿਸ ਤਰੀਕੇ ਅਣਮਨੁੱਖੀ ਤਸ਼ੱਦਦ ਉਦੋਂ ਹੋਏ। ਉਦੋਂ ਖਬਰਾਂ ਛਪੀਆਂ ਤਾਂ ਸਿਰਫ ਬਾਹਰਲੇ ਮੁਲਕਾਂ ਦੀਆਂ ਅਖਬਾਰਾਂ ਵਿੱਚ, ਸਾਡੇ ਇੱਥੇ ਇਹ ਸਭ ਕੁਛ ਦੱਬ ਦਿੱਤਾ ਗਿਆ। ਹਿਊਮਨ ਰਾਈਟਸ ਵਾਚ ਨੇ ਇਹ ਆਵਾਜ਼ ਫਿਰ ਅਖੀਰ ਚੁੱਕੀ, ਜਿਨ੍ਹਾਂ ਨੂੰ ਬਹੁਤ ਧਮਕੀਆਂ ਮਿਲੀਆਂ ਕਿ ਤੁਹਾਨੂੰ ਮਾਰ ਮੁਕਾ ਦੇਵਾਂਗੇ ਕਿਉਂਕਿ ਤੁਸੀਂ ਭਾਰਤੀ ਫੌਜ ਦੇ ਵਿਰੁੱਧ ਬੋਲ ਰਹੇ ਹੋ। ਦੇਖੋ ਵੀਰ ਜੀ, ਮੈਂ ਇਹਦੇ ਵਿੱਚ ਸਮੁੱਚੀ ਭਾਰਤੀ ਫੌਜ ਨੂੰ ਨਹੀਂ ਗਿਣ ਰਹੀ। ਸਲੂਟ ਕਰਦੇ ਹਾਂ ਉਹ ਵੀਰਾਂ ਨੂੰ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਵਾਰੀਆਂ, ਜਿਨ੍ਹਾਂ ਸਦਕਾ ਅਸੀਂ ਆਜ਼ਾਦ ਘੁੰਮ ਰਹੇ ਹਾਂ। ਮਕਸਦ ਸਿਰਫ ਇਹ ਹੈ ਕਿ ਜਿਹੜਾ ਇਹ ਅਸੀਂ ਢੰਗ ਤੇ ਤਰੀਕਾ ਐਥਨਿਕ ਕਲੀਨਜ਼ਿੰਗ ਦੇ ਦਿੱਤਾ ਗਿਆ ਨਾ ਵਿਸ਼ਵ ਪੱਧਰ ਤੇ, ਜਿਹਦੇ ਲਈ UN ਨੇ ਹੱਲਾਸ਼ੇਰੀ ਦਿੱਤੀ ਹੈ ਕਿ ਜਿੱਥੇ ਵੀ ਕਿਤੇ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਇਸ ਬਾਰੇ ਆਵਾਜ਼ ਚੁੱਕੋ ਕਿ ਭਾਈ ਜੇ ਤੁਸੀਂ 99% ਚੰਗੇ ਹੋ ਤੇ ਭਾਈ ਉਹ 1% ਦੇ ਲਈ ਆਵਾਜ਼ ਚੁੱਕੋ ਤਾਂ ਕਿ ਇਹ ਬਦਨੁਮਾ ਦਾਗ ਜੋ ਲੱਗ ਰਿਹਾ ਇਹਨੂੰ ਮਿਟਾਇਆ ਜਾ ਸਕੇ। ਸੋ ਇਸੇ ਲਈ ਇਸ ਜੁਰਮਾਂ ਦੇ ਵਿਰੁੱਧ ਉਦੋਂ ਲੋਕ ਸੜਕਾਂ ਤੇ ਉਤਰੇ। ਦੇਖੋ, ਸੰਨ 2010 ਵਿੱਚ ਅਮਰੀਕਾ ਨੇ ਵੀ ਕਸ਼ਮੀਰ ਵਿਚਲੀਆਂ ਵਧੀਕੀਆਂ ਦਾ ਪਰਦਾਫਾਸ਼ ਕੀਤਾ ਸੀ। ਉਹਨਾਂ ਕਿਹਾ ਸੀ ਕਿ ਜੁਰਮਾਂ ਦੀ ਗਿਣਤੀ ਜੋ ਭਾਰਤ ਸਰਕਾਰ ਦੱਸ ਰਹੀ ਹੈ ਉਸ ਨੂੰ 60 ਨਾਲ ਜ਼ਰਬ ਲਾ ਕਰ ਲਿਓ। ਇਹ ਉਹਨਾਂ ਦੀ ਜੋ ਰਿਟਨ ਸਟੇਟਮੈਂਟ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਵੀ ਕੋਈ, ਭਾਵੇਂ ਉਹ ਅਖਬਾਰ ਦਾ ਨੁਮਾਇੰਦਾ ਹੈ, ਭਾਵੇਂ ਉਹ ਰੇਡੀਓ ਦਾ ਹੈ, ਭਾਵੇਂ TV ਦਾ, ਜਿਹੜਾ ਆਵਾਜ਼ ਚੁੱਕਦਾ ਹੈ ਜਾਂ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਐਕਸੀਡੈਂਟ ਵਿੱਚ ਮਾਰ ਮੁਕਾਇਆ ਜਾਂਦਾ ਹੈ ਜਾਂ ਧਮਕਾ ਦਿੱਤਾ ਜਾਂਦਾ ਹੈ ਕਿ ਇਹਨੂੰ ਚੁੱਪ ਹੋ ਜਾਵੇ, ਇਸ ਵਿਰੁੱਧ ਆਵਾਜ਼ ਨਾ ਚੁੱਕੀ ਜਾਏ। ਸੋ ਇੰਨੀ ਬਦਤਰ ਹੋ ਗਏ ਸਨ। ਤੁਹਾਨੂੰ ਭਾਜੀ ਚੇਤੇ ਹੋਣਾ ਕਿ ਇੱਕ ਡਾਕਟਰ ਜਿਹਨੇ ਇਹ ਸਾਰੇ ਬਲਾਤਕਾਰ ਦੀਆਂ ਪੀੜਤ ਔਰਤਾਂ ਦਾ ਇਲਾਜ ਕੀਤਾ ਰੋ ਪਿਆ ਸੀ ਮੀਡੀਆ ਸਾਹਮਣੇ। ਉਹ ਸਟੇਟਮੈਂਟ ਸੀ ਉਹਨਾਂ ਦੀਆਂ ਰਿਕਾਰਡਡ ਕਿ ਇੰਨਾ ਜ਼ੁਲਮ ਬਰਦਾਸ਼ਤ ਤੋਂ ਬਾਹਰ ਹੈ ਤੇ ਉਹਨੂੰ ਵੀ ਗੋਲੀ ਨਾਲ ਮਾਰ ਮੁਕਾ ਦਿੱਤਾ ਸੀ, ਇਹ ਡਾਕਟਰ ਨੂੰ ਵੀ ਜਿਹਨੇ ਆਵਾਜ਼ ਚੁੱਕੀ ਸੀ ਜੀ। ਯਾਨੀ ਦੇਖੋ, ਸਪਸ਼ਟ ਹੋ ਚੁੱਕਿਆ ਹੈ ਕਿ ਬਲਾਤਕਾਰ ਨੂੰ ਸਰਕਾਰੀ ਪੱਧਰ ਉੱਤੇ ਜੰਗ ਦਾ ਹਥਿਆਰ ਮੰਨ ਲਿਆ ਗਿਆ। ਇਹਨੂੰ ਹਰੀ ਝੰਡੀ ਦੇ ਦਿੱਤੀ ਗਈ ਹੋਈ ਹੈ ਵੱਖੋ ਵੱਖਰੇ ਮੁਲਕਾਂ ਵਿੱਚ ਵੀ ਜੀ। ਤੇ ਇਹ ਖਾਸ ਤੌਰ ਤੇ ਜਿਵੇਂ ਤੁਸੀਂ 1984 ਦੀ ਗੱਲ ਕੀਤੀ, ਉਦੋਂ ਵੀ ਖਾੜਕੂਵਾਦ ਦੌਰਾਨ ਧੀਆਂ ਭੈਣਾਂ ਮਾਵਾਂ ਦੀ ਜਿਸ ਤਰੀਕੇ ਦਾ ਜ਼ਬਰ ਢਾਇਆ ਗਿਆ ਸੀ, ਜਿਵੇਂ ਉਹਨਾਂ ਦੇ ਅੰਦਰੂਨੀ ਅੰਗਾਂ ਵਿੱਚ ਮਿਰਚਾਂ ਪਾਈਆਂ ਗਈਆਂ ਸੀ, ਜਿਵੇਂ ਚੀਰੇ ਦਿੱਤੇ ਗਏ ਸੀ, ਜਿਵੇਂ ਪੱਥਰ ਤੱਕ ਵਾਲੇ ਗਏ ਸੀ ਉਹਨਾਂ ਦੇ ਟੱਟੀ ਵਾਲੀ ਰਾਹ ਤੇ ਜੋ ਹਾਲਾਤ ਕਈ ਪੁਰਾਣੀਆਂ ਜਦੋਂ ਲੱਭ ਜਾਂਦੀਆਂ ਨੇ ਨਾ ਭਾਜੀ, ਜੇ ਅੱਜ ਵੀ ਪੋਸਟਮਾਰਟਮ ਰਿਪੋਰਟਸ ਮੇਰੇ ਤੋਂ ਪੂਰੀਆਂ ਪੜ੍ਹੀਆਂ ਵੀ ਨਹੀਂ ਜਾਂਦੀਆਂ, ਪਤਾ ਨਹੀਂ ਉਹ ਕਿਸ ਤਰ੍ਹਾਂ ਉਹਨਾਂ ਨੇ ਜਰਿਆ ਹੋਣਾ, ਅੱਖਾਂ ਕੱਢ ਕੇ ਕਿਵੇਂ ਉਹਨਾਂ ਦੀ ਇੱਕ ਇੱਕ ਬੋਟੀ ਪੱਟ ਕੇ, ਮੈਂ ਕਹਿੰਦਾ ਜੀ ਭੁਲਾ ਦਿੱਤਾ ਸੀਗਾ। ਜਿਵੇਂ ਆਪਾਂ ਕਹਿੰਦੇ ਹਾਂ ਕਿ ਜ਼ਾਲਮ ਜਿਹੜੇ ਸੀ ਉਸ ਵਕਤ ਦੇ ਆਪਣੇ, ਜਿਨ੍ਹਾਂ ਨੂੰ ਆਖੀਏ ਕਿ ਜਿਨ੍ਹਾਂ ਨੇ ਸਾਡੇ ਬੀਬੀਆਂ ਦੇ ਬੰਦ ਕੱਟੇ, ਸਾਡੇ ਸ਼ਹੀਦਾਂ ਦੇ ਬੰਦ ਕੱਟੇ, ਉਹਨਾਂ ਦੇ ਬੱਚੇ ਜਿਹੜੇ ਗਲਾਂ 'ਚ ਹਾਰ ਪਾ ਕੇ ਪਾਏ ਸੀ, ਉਹਨਾਂ ਨੂੰ ਹੀ ਭੁਲਾ ਦਿੱਤਾ। ਬਿਲਕੁਲ, ਇਹ ਉਹਨਾਂ ਤੋਂ ਕਿਤੇ 100 ਗੁਣਾ ਵੱਧ ਸਨ। ਇਹ ਤੱਥ ਯੂਨਾਈਟਿਡ ਨੇਸ਼ਨਸ ਦੇ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਪੇਸ਼ ਹੋਏ ਸਨ ਕਿ ਇਹ ਦਿਲ ਕੰਬਾਊ ਨੇ ਜਿਸ ਤਰੀਕੇ ਦੇ ਇਸ ਵੇਲੇ ਢੰਗ ਤਰੀਕੇ ਜਿਨ੍ਹਾਂ ਨਾਲ ਇਹਨਾਂ ਤੇ ਤਸ਼ੱਦਦ ਢਾਇਆ ਜਾ ਰਿਹਾ। ਹੁਣ ਦੇ ਜਿੰਨੇ ਪਿਛਲੇ ਤਸ਼ੱਦਦ ਹੋਏ ਸਨ ਸਭਨਾਂ ਨੂੰ ਕਿਤੇ ਅਗਾਂਹ ਟੱਪ ਗਏ ਨੇ। ਇਹ ਸਟੇਟਮੈਂਟਸ ਸਨ ਤੇ ਵਾਕਈ ਜਦੋਂ ਪੜ੍ਹੀਆਂ ਜਾਂਦੀਆਂ ਉਹਨਾਂ ਦੀਆਂ ਮਰਨ ਤੋਂ ਬਾਅਦ ਦੀਆਂ ਲਾਸ਼ਾਂ ਦੀ ਹਾਲਤ ਸਮਝ ਆ ਜਾਂਦੀ ਹੈ ਕਿ ਬੰਦ ਕਟਾਉਣੇ ਕਿਵੇਂ, ਤੇ ਆਹ ਜੋ ਹਾਲਤ ਕੀਤਾ ਉਸ ਤੋਂ ਕਿਤੇ ਉਤਾਂ ਹੈ। ਹੁਣ ਇਹਨਾਂ ਵਿੱਚ ਜੋ ਜੇਲਾਂ ਵਿੱਚ ਡੱਕੀਆਂ ਔਰਤਾਂ ਉੱਤੇ ਜ਼ੁਲਮ ਹੁੰਦਾ, ਉਹ ਤੇ ਮੈਨੂੰ ਲੱਗਦਾ ਜੇ ਮੈਂ ਗੱਲ ਕਰਨ ਲੱਗ ਜਾਵਾਂ ਉਹ ਤਾਂ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ, ਸੁਣਿਆ ਨਹੀਂ ਜਾਂਦਾ, ਸਿਰ ਪਾਟਣ ਤੇ ਆ ਜਾਂਦਾ। ਕਿਵੇਂ ਉਹਨਾਂ ਨੂੰ ਬਰਫ਼ ਦੀਆਂ ਸਿੱਲਾਂ ਤੇ ਕਾਮ ਜਿਹੀ ਗੱਲ ਹੈ, ਪਰ ਕਿਵੇਂ ਉਹਨਾਂ ਨੂੰ ਖੜੇ ਹੋਣ ਤੱਕ ਦੀ ਇਜਾਜ਼ਤ ਨਹੀਂ ਹੁੰਦੀ, ਇੰਨੇ ਛੋਟੇ ਜੰਗਲਿਆਂ ਵਿੱਚ ਨਪੀੜ ਕੇ ਪਾਇਆ ਜਾਂਦਾ। ਕਿਸ ਤਰੀਕੇ ਭੁੱਖੀਆਂ ਧਿਆਈਆਂ ਨੂੰ ਰੋਜ਼ ਬਿਨਾਂ ਨਾਗਾ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਨੇ, ਤੇ ਕਿਸ ਹਾਲ ਵਿੱਚ ਉਹਨਾਂ ਦੇ ਈਵਨ ਇੱਥੋਂ ਤੱਕ ਹਾਲਾਤ ਸਨ ਕਿ ਯੂਟਰਸ ਲਟਕ ਕੇ ਬਾਹਰ ਡਿੱਗ ਗਏ ਸਨ, ਮਰ ਗਈਆਂ, ਖੱਪ ਗਈਆਂ, ਪਰ ਬਰਦਾਸ਼ਤ ਤੋਂ ਬਾਹਰ ਉਹ ਸਾਰਾ ਕੁਛ ਪੜ੍ਹਨਾ। ਯਾਨੀ ਇੱਕ ਬੇਪਤੀ ਦੀ ਅੱਤ ਹੋਈ ਪਈ ਜੇ, ਜਿੱਥੇ ਅਸੀਂ ਔਰਤ ਨੂੰ
ਇੱਕ ਢੰਗ, ਇੱਕ ਜ਼ਰੀਆ ਮੰਨ ਲਿਆ ਕਿ ਜੇ ਜੰਗ ਕਿਸੇ ਵੀ ਥਾਂ ਤੇ ਹੋਣੀ ਹੈ ਤੇ ਸਭ ਤੋਂ ਵੱਧ ਹੱਲਾ ਉਹਨਾਂ ਦੀਆਂ ਔਰਤਾਂ ਤੇ ਹੋਣਾ, ਜ਼ੁਲਮ ਉਹਨਾਂ ਦੀਆਂ ਔਰਤਾਂ ਤੇ ਹੀ ਕੀਤਾ ਜਾਣਾ ਤੇ ਸਾਰੇ ਅਸੀਂ ਦੁਸ਼ਮਣੀ ਉਸੇ ਤੇ ਲਾ ਕੇ ਆਪਣਾ ਕੰਮ ਨਿਬੇੜ ਲੈਂਦੇ ਹਾਂ। ਇਹ ਇੱਕ ਸੰਘਰਸ਼ਸ਼ੀਲ ਕੌਮਾਂ ਨੂੰ ਢਾਹ ਲਾਉਣ ਦਾ ਵੀ ਇਹੋ ਢੰਗ ਲੱਭ ਗਿਆ ਤੇ ਕਿਤੇ ਘੱਟ ਗਿਣਤੀ ਹੋਣ ਜਾਂ ਆਦੀਵਾਸੀਆਂ ਦੀਆਂ ਬੇਟੀਆਂ ਦਾ ਸਰੀਰਕ ਸ਼ੋਸ਼ਣ ਵੀ ਇਹੋ ਹਾਲ ਜੇ, ਜਿਹੜਾ ਇਸ ਮਹੀਨੇ ਮੇਰਾ ਖਿਆਲ ਹੈ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਜੋ ਸਪੈਸ਼ਲ ਫੋਰਸ ਦੇ ਜਵਾਨਾਂ ਨੇ ਕੀਤਾ। ਅੱਛਾ ਜੀ, ਸ਼ਰਮ ਆਉਂਦੀ ਹੈ ਭਾਜੀ, ਅੱਖਾਂ ਨਮ ਹੋ ਜਾਂਦੀਆਂ। ਆਦੀਵਾਸੀ ਬੇਟੀ ਸੀ ਸੁੱਤੀ ਹੋਈ ਇੱਕ ਰਾਤ ਨੂੰ, ਨਾਬਾਲਗ ਜੀ, ਜਿਸ ਨੂੰ ਉਹਨਾਂ ਨੇ ਚੁੱਕਿਆ, ਰਾਤ ਦੇ ਵਿੱਚ ਸਮੂਹਕ ਬਲਾਤਕਾਰ ਕਰਕੇ ਉਸ ਦੀਆਂ ਛਾਤੀਆਂ ਵੱਢ ਦਿੱਤੀਆਂ, ਪੱਟਾਂ ਤੇ ਹੱਥਾਂ ਤੇ ਤੇਜ਼ ਧਾਰ ਹਥਿਆਰਾਂ ਦੇ ਜਿਹੜੇ ਨਿਸ਼ਾਨ ਸੀ 110 ਤੋਂ ਉੱਤੇ ਸਨ, ਜਿੰਨੇ ਕੁ ਗਿਣੇ ਜਾ ਸਕੇ। ਤੇ ਉਸ ਤੇ ਜਿਸ ਵਹਿਸ਼ੀ ਜਲਾਦਾਂ ਨੇ ਜਿਨ੍ਹਾਂ ਨੇ ਉਸ ਤੇ ਆਪਣੀ ਮਰਦਾਨਗੀ ਦਿਖਾਈ, ਮੈਂ ਲਾਹਨਤ ਤੋਂ ਇਲਾਵਾ ਕੁਝ ਵੀ ਨਹੀਂ ਕਹਿ ਸਕਦੀ। ਇਹ ਸਪੈਸ਼ਲ ਫੋਰਸ ਦੇ ਸਾਡੇ ਜਵਾਨ ਜਿਹੜੇ ਉੱਥੇ ਰਾਖੀ ਕਰਨ ਗਏ ਸਨ, ਇਸ ਹਾਲ ਤੇ ਕਿ ਉੱਥੋਂ ਆਵਾਜ਼ ਜਿਹੜੀ ਹੈ ਉੱਠੀ ਕਿਉਂ ਹੁਣ ਉਸ ਤੇ, ਕਿ ਤੁਹਾਨੂੰ ਸ਼ਾਇਦ ਚੇਤੇ ਨਾ ਹੋਵੇ, ਮੈਂ ਕਿਉਂਕਿ ਇਹਨਾਂ ਤੇ UN ਵਿੱਚ ਪਰਚਾ ਵੀ ਪੜ੍ਹਿਆ ਸੀ, ਮੈਨੂੰ ਉਦੋਂ ਮੇਰਾ ਵੀ ਦਿਲ ਕੰਬਿਆ ਸੀ ਕਿ ਜਦੋਂ ਕੇਰਲ ਦੀਆਂ ਦਲਿਤ ਔਰਤਾਂ ਦਾ ਜ਼ਿਕਰ ਹੋਇਆ ਸੀ ਉਸ ਵਿੱਚ, ਕਿ ਉਦੋਂ ਉਹਨਾਂ ਨੂੰ ਆਪਣੇ ਕੁੱਖੋਂ ਜੰਮੇ ਬੱਚੇ ਨੂੰ ਦੁੱਧ ਪਿਆਉਣ ਲਈ ਵੀ ਟੈਕਸ ਤਾਰਨਾ ਪੈਂਦਾ ਸੀ। ਯਾਨੀ ਇਹ ਅਸੀਂ ਉਦੋਂ ਇਹਨਾਂ ਨੂੰ ਇਹ ਹਾਲਾਤ ਕਰ ਸੁੱਟੇ ਸਨ ਕਿ ਉਦੋਂ ਵੀ ਇੱਕ ਔਰਤ ਜਿਹੜੀ ਕਿ ਨੰਬੂਦਰੀ ਔਰਤਾਂ ਸਨ, ਉਹਨੂੰ ਅਖੀਰ ਕਿਉਂਕਿ ਪੈਸੇ ਨਹੀਂ ਸਨ, ਟੈਕਸ ਨਹੀਂ ਦੇ ਸਕਦੀ ਸੀ, ਤਾਂ ਬੱਚਾ ਉਸ ਤੋਂ ਖੋਹ ਲਿਆ ਗਿਆ, ਦੁੱਧ ਪਿਆਉਣ ਨਾ ਦਿੱਤਾ ਗਿਆ। ਉਸ ਔਰਤ ਨੇ ਉਦੋਂ ਵੀ, ਮੈਂ ਸੰਨ 1812 ਦੀ ਗੱਲ ਕਰ ਰਹੀ ਹਾਂ, ਉਦੋਂ ਵੀ ਉਹਨੇ ਛਾਤੀਆਂ ਆਪਣੀਆਂ ਵੱਢ ਕੇ ਜਾਨ ਦੇ ਦਿੱਤੀ ਸੀ ਕਿ ਇਸ ਜ਼ੁਲਮ ਦੇ ਵਿਰੁੱਧ, ਕਿ ਕਿਉਂ ਇੰਨਾ ਜ਼ੁਲਮ ਕਿ ਇੱਕ ਔਰਤ ਆਪਣੇ ਕੁੱਖੋਂ ਜੰਮੇ ਨੂੰ ਦੁੱਧ ਤੱਕ ਨਾ ਪਿਆ ਸਕੇ, ਸਿਰਫ ਇਸ ਕਰਕੇ ਕਿ ਉਹ ਇਸ ਫਲਾਣੀ ਥਾਂ ਤੇ ਜੰਮੀ ਹੈ ਜੀ। ਇਸ ਦੇ ਵਿਰੁੱਧ ਵੀ ਉਦੋਂ 40 ਸਾਲ ਭਾਜੀ, ਕਹਿਣ ਦੀ ਗੱਲ ਹੈ 40 ਸਾਲ ਜੰਗ ਵਿੱਢੀ ਗਈ ਸੀ। ਅਖੀਰ ਜਦੋਂ ਇਹ ਹੱਕ ਮਿਲਿਆ ਸੀ, ਉਹ ਵੀ ਸਿਰਫ ਔਰਤਾਂ ਵੱਲੋਂ ਜੰਗ ਵਿੱਢੀ ਗਈ ਉਹਨਾਂ ਸਦੀਆਂ 'ਚ ਵੀ, ਕਿ ਇਹ ਘੱਟੋ ਘੱਟ ਹੱਕ ਇੱਕ ਮਾਂ ਨੂੰ ਹੋਣਾ ਚਾਹੀਦਾ ਕਿ ਆਪਣੇ ਪੁੱਤਰ ਜਾਂ ਧੀ ਨੂੰ ਦੁੱਧ ਪਿਆ ਸਕੇ। ਇਸ ਤਰੀਕੇ ਦੇ ਹਾਲਾਤ ਵਿੱਚੋਂ ਅਸੀਂ ਇਸ ਮੁਲਕ ਚੋਂ ਨਿਕਲੇ ਹਾਂ। ਤੁਹਾਨੂੰ ਲੱਗਦਾ ਭਾਜੀ ਕਿ ਅੱਜ ਤੇ ਉਹਦੇ 'ਚ ਕੁਛ ਫਰਕ ਕਰ ਸਕੇ? ਨਾ, ਬਿਲਕੁਲ ਨਹੀਂ ਹੋਇਆ। ਵਰਦੀ ਵਿੱਚ ਲੁਕੇ ਜੋ ਵਹਿਸ਼ੀ ਦਰਿੰਦੇ ਨੇ, ਇਹਨਾਂ ਦੇ ਵਿਰੁੱਧ ਆਵਾਜ਼ ਚੁੱਕਣੀ ਦੇਸ਼ ਧਰੋਹ ਕਿਵੇਂ ਹੈ ਕਿ ਅਸੀਂ ਉਹਨੂੰ ਜਾਇਜ਼ ਕਰਾਰ ਦੇ ਰਹੇ ਹਾਂ? ਤਾਂ ਫਿਰ ਉਹ ਜਿਹੜੇ ਜਾਨਾਂ ਵਾਰਦੇ ਨੇ ਸਰਹੱਦਾਂ ਤੇ ਮੁੱਛ ਫੁੱਟ ਗੱਭਰੂ, ਉਹਨਾਂ ਦਾ ਕੀ ਕਸੂਰ? ਉਹ ਇਸ ਵਾਸਤੇ ਤਾਂ ਨਹੀਂ ਸੀ ਕਿ ਇਹ ਇੱਕ ਪਾਸੇ ਉਹਨਾਂ ਦੇ ਵਿੱਚ ਲਈ ਕੁਝ ਲੋਕ, ਕੁਝ ਗਿਣੇ ਚੁਣੇ ਲੋਕ ਇਸ ਪਾਸੇ ਵੱਲ ਤੋਰ ਦਿੱਤੇ ਹੋਣ, ਜਿੱਥੇ ਸਾਡੇ ਕੋਲ ਇਹ ਵੀ ਹੈ ਕਿ ਜਦੋਂ ਹਿੰਦੁਸਤਾਨੀ ਫੌਜਾਂ ਤੁਰੀਆਂ ਸਨ ਹੱਲੇ ਬੋਲਣ ਲਈ, ਉਦੋਂ ਇਹਨਾਂ ਨੇ ਹਰਮ ਤੱਕ ਬਣਾ ਛੱਡੇ ਸਨ ਕੁੜੀਆਂ ਦੇ ਹੌਸਟਲਾਂ ਨੂੰ, ਜਦੋਂ 1947 ਵਿੱਚ ਵੀ, ਕਿ ਇਸ ਤਰੀਕੇ ਮੁਸਲਮਾਨ ਬੇਟੀਆਂ ਦੀ ਪੱਤ ਲੁੱਟੀ ਗਈ ਸੀ। ਤੇ ਕਿਵੇਂ ਉਸ ਤੋਂ ਬਾਅਦ ਵੀ ਜਿੰਨੀ ਵਾਰ ਇਹ BSF ਨੂੰ ਇਹ ਕਹਿ ਕੇ ਤੋਰਿਆ ਜਾਂਦਾ ਕਿ ਹੁਣ ਸਾਡੇ ਉੱਤੇ ਬਾਹਰੀ ਹੱਲੇ ਹੋਣ ਵਾਲੇ ਨੇ, ਇਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ, ਹਰ ਵਾਰ ਇਸੇ ਤਰ੍ਹਾਂ ਹੀ ਕਿਉਂ ਔਰਤ ਨੂੰ ਹੀ ਸ਼ਿਕਾਰ ਬਣਾਇਆ ਜਾ ਰਿਹਾ? ਅਸੀਂ ਕਿਸ ਤਰੀਕੇ ਇਸ ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕੀਏ, ਜਿਹਨੂੰ ਤੁਸੀਂ ਜਾਂ ਮੈਂ ਵੀ ਜਦੋਂ ਕਦੇ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਕਰਦੇ ਹਾਂ, ਸਾਨੂੰ ਸਿੱਧਾ ਮੂੰਹ ਤੇ ਕਹਿ ਦਿੱਤਾ ਜਾਂਦਾ ਹੈ ਇਹ ਤਾਂ ਦੇਸ਼ ਧਰੋਹ ਕਰ ਰਹੇ ਨੇ। ਅਸੀਂ ਹਰ ਕਿਸੇ ਫੌਜੀ ਵਿਰੁੱਧ ਆਵਾਜ਼ ਕਦੋਂ ਕੱਢੀ ਹੈ? ਹਰ ਸਿਜਦਾ ਕਰਦੇ ਹਾਂ ਜਾਨਾਂ ਵਾਰਨ ਵਾਲਿਆਂ ਉੱਤੇ ਵੀ ਜੋ ਘਰ-ਬਾਰ ਛੱਡ ਕੇ ਬੈਠੇ ਨੇ। ਪਰ ਮਕਸਦ ਸਿਰਫ ਇਹ ਹੈ ਕਿ ਇਹਨਾਂ ਦੇ ਵਿੱਚ ਹੀ ਨੇ ਇਹ ਸਾਰੇ ਬੜੇ ਹੋਏ, ਜਿਨ੍ਹਾਂ ਦੇ ਸ਼ਹਿ ਹੇਠ ਫਿਰ ਜਿਹੜੇ ਬਾਹਰਲੇ ਅੱਤਵਾਦੀ ਵੀ ਆਪਣਾ ਦਾਅ ਲਾਈ ਜਾ ਰਹੇ ਨੇ। ਆਖਰ ਕਿਉਂ ਅਸੀਂ ਇਹਨਾਂ ਦੇ ਵਿਰੁੱਧ ਆਵਾਜ਼ ਨਹੀਂ ਕੱਢ ਸਕਦੇ? ਕਿਉਂ ਜਾਇਜ਼ ਕਰਾਰ ਦੇ ਦਿੱਤਾ ਗਿਆ ਇਹੋ ਜਿਹੇ ਤਸ਼ੱਦਦ ਢਾਉਣ ਨੂੰ? ਇਹਨੂੰ ਸਖਤ ਵਿਰੋਧ ਹੋਣਾ ਚਾਹੀਦਾ ਕਿ ਇੱਕ ਔਰਤ ਹੀ ਕਿਉਂ ਸ਼ਿਕਾਰ ਬਣਾਈ ਜਾ ਰਹੀ ਹੈ? ਇਹ ਮਰਦਾਨਗੀ ਵਿਖਾਉਣਾ ਚਾਹੁੰਦੇ ਹਾਂ ਅਸੀਂ ਕਿ ਦੂਸਰੇ ਮੁਲਕ ਦੀਆਂ ਔਰਤਾਂ ਢਾਹ ਲਈਆਂ? ਜੀ ਦੱਸੋ। ਕਿ ਇੱਕ ਮਾਂ ਨਿਰਵਸਤਰ ਕਰ ਦਿੱਤੀ, ਤਾਂ ਕਿਸ ਦੀ ਬੇਅਦਬੀ ਕੀਤੀ ਤੁਸੀਂ? ਇਹ ਬੇਪਤੀ ਆਪਣੀ ਕੀਤੀ ਕਿ ਅਸੀਂ ਜਿਹਦੀ ਕੁੱਖੋਂ ਜੰਮੇ ਸਾਂ ਉਸੇ ਦੀ ਪੱਤ ਲਾ ਰਹੇ ਹਾਂ। ਇਹ ਕੋਈ ਕਿੱਥੋਂ ਦੀ ਮਰਦਾਨਗੀ ਹੁੰਦੀ ਹੈ? ਤੇ ਫਿਰ ਇਹਨਾਂ ਵਿੱਚੋਂ ਹੀ ਜਦੋਂ ਇਹੋ ਜਿਹੀਆਂ ਫੌਜਾਂ ਜਿੱਤ ਕੇ ਵਾਪਸ ਮੁੜਦੀਆਂ ਨੇ, ਉਹ ਤਮਗੇ ਜਦੋਂ ਉਹਨਾਂ ਨੂੰ ਦਿੱਤੇ ਜਾਣ
ਤਾਂ ਮੈਨੂੰ ਦੱਸੋ ਇਹਦਾ ਕੀ ਅਰਥ ਕੱਢਣਾ ਚਾਹੀਦਾ ਹੈ ਕਿ ਇਹ ਜਿਹੜੇ ਵਡਿਆਏ ਗਏ ਨੇ ਇਹਦਾ ਮਤਲਬ ਹੈ ਕਿ ਤੁਸੀਂ ਜਾਇਜ਼ ਕਰਾਰ ਦਿੰਦੇ ਹੋ ਮਾਸੂਮ ਬਾਲੜੀਆਂ ਦਾ ਇਸ ਤਰੀਕੇ ਜ਼ਬਰ ਜਨਾਹ ਕਰਨਾ। ਤੇ ਫਿਰ ਝੂਠੇ ਪੁਲਿਸ ਮੁਕਾਬਲਿਆਂ ਹੇਠ ਇਹੋ ਜਿਹੀਆਂ ਅਸੀਂ ਅਣਗਿਣਤ ਜਾਣਦੇ ਹਾਂ ਮੁੱਛ ਗੱਭਰੂ ਗਾਇਬ ਹੋਏ, ਕਿਸ ਤਰੀਕੇ ਅਣਪਛਾਤੀਆਂ ਲਾਸ਼ਾਂ ਬਣੇ, ਉਹ ਤਾਂ ਖੈਰ ਪੁਸ਼ਤਾਂ ਆਉਣ ਵਾਲੀਆਂ ਮਾਫ ਨਹੀਂ ਇਹਨਾਂ ਨੂੰ ਕਰਨ ਲੱਗੀਆਂ। ਪਰ ਉਹਦੇ ਵਿੱਚ ਮੈਨੂੰ ਇਹ ਦੱਸੋ, ਨਾਬਾਲਗ ਧੀਆਂ 11 ਵਰਿਆਂ ਦੀ ਬਾਲੜੀ ਦਾ ਸਮੂਹਕ ਬਲਾਤਕਾਰ ਕਰਨਾ ਕਿਸ ਤਰੀਕੇ ਜਾਇਜ਼ ਕਰਾਰ ਹੈ? ਇਹ ਮੈਂ ਤਾਂ ਖਿਮਾ ਕਰਿਓ ਬਹੁਤ ਡਾਢਾ ਸ਼ਬਦ ਵਰਤਣਾ ਚਾਹੁੰਦੀ ਹਾਂ ਕਿ ਇਹ ਤਾਂ ਬੁਰਛਾ ਗਰਦੀ ਹੈ, ਇਸ ਤੋਂ ਵੱਧ ਹੋਰ ਕੀ ਆਖਾਂ ਕਿ ਇਸ ਨੂੰ ਜੇ ਨੰਗਾ ਕਰ ਰਹੇ ਹਾਂ ਅਸੀਂ ਸਮਾਜ ਵਿੱਚ ਕਿ ਤੁਸੀਂ ਝੂਠੇ ਕੇਸ ਦੇਸ਼ ਧਰੋਹ ਦੇ ਪਾ ਰਹੇ ਹੋ, ਤਾਂ ਤੁਸੀਂ ਬਿਲਕੁਲ ਇਸੇ ਦਾ ਇੱਕ ਹਿੱਸਾ ਹੋ। ਜਿਹੜੇ ਇਹੋ ਜਿਹੇ ਕਾਨੂੰਨ ਬਣਾ ਰਹੇ ਨੇ ਉਹ ਇਹਨਾਂ ਦੇ ਬਿਲਕੁਲ ਸ਼ਾਮਲ ਨੇ ਇਸੇ ਜੁਰਮ ਦੇ ਵਿੱਚ, ਇਸੇ ਜੁਰਮ ਦੇ ਭਾਗੀਦਾਰ ਗਿਣਨੇ ਜਾਣੇ ਚਾਹੀਦੇ। ਇਹ ਮਕਸਦ ਸੀ ਤੁਹਾਡੇ ਰਾਹੀਂ ਗੱਲ ਕਰੀਏ, ਬੜੀ ਆਪਾਂ ਗੱਲ ਕੀਤੀ ਹੈ ਪਰ ਇਨਸਾਫ ਨਹੀਂ ਕਿਤੇ ਵੀ ਹੈ। ਦੇਖੋ ਹੁਣ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਦੇਖੋ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ 95 ਦੇ ਵਿੱਚ ਜਦੋਂ ਆਪਾਂ ਕਹਿੰਦੇ ਸੀ ਵੀ ਲਗਭਗ ਕਾਲਾ ਦੌਰ ਖਤਮ ਹੋ ਗਿਆ, ਉਦੋਂ ਵੀ ਪੁਲਿਸ ਦੀਆਂ ਜਿਹੜੀਆਂ ਤਿਉੜੀਆਂ ਖਤਮ ਨਹੀਂ ਹੋਈਆਂ ਸੀ, ਉਹਨਾਂ ਨੂੰ ਚੱਕ ਲਿਆ ਜਾਂਦਾ, ਖਤਮ ਕਰ ਦਿੱਤਾ ਜਾਂਦਾ, ਉਹਨਾਂ ਦਾ ਲਾਸ਼ ਤੱਕ ਨਹੀਂ ਲੱਭਦੀ। ਮਗਰ ਉਹਨਾਂ ਦਾ ਪਰਿਵਾਰ ਹੈ ਜਾਂ ਹੋਰ ਜਿਹੜਾ ਵੀ ਕੋਈ ਹਿਊਮਨ ਰਾਈਟਸ ਦੀ ਗੱਲ ਕਰਦਾ, ਉਹਨਾਂ ਦੇ ਉੱਤੇ ਮਾਨਸਿਕ ਤਸ਼ੱਦਦ ਵੀ ਕੀਤਾ ਜਾਂਦਾ ਵੀ ਕਿਵੇਂ ਨਾ ਕਿਵੇਂ, ਜਾਂ ਜੇ ਬੰਦਾ ਵਿਰਦਾ ਨਹੀਂ, ਪੈਸੇ ਨਾਲ ਨਹੀਂ ਵਿਰਦਾ, ਤਾਂ ਮਾਨਸਿਕ ਤੌਰ 'ਤੇ ਉਹਨੂੰ ਤੋੜ ਦਿਓ। ਇਹ ਤਸ਼ੱਦਦ ਲਗਾਤਾਰ ਜਾਰੀ ਹੈ ਪਰ ਇਨਸਾਫ ਨਹੀਂ ਮਿਲਦਾ। ਬਿਲਕੁਲ ਭਾਜੀ, ਅਜੇ ਤੇ ਹੋਰ ਸੁਣੋ ਜਿਹੜੀਆਂ ਖਬਰਾਂ ਅੰਤਰਰਾਸ਼ਟਰੀ ਪੱਧਰ ਤੇ ਨਿਕਲਦੀਆਂ ਨੇ ਕਿ ਇੱਕ ਵੱਖ ਧੜਾ ਕਾਇਮ ਕਰ ਦਿੱਤਾ ਗਿਆ ਜਿਹਦਾ ਕੰਮ ਹੀ ਇਹ ਹੈ ਕਿ ਇਹੋ ਜਿਹੇ ਲੋਕ ਜੋ ਲੋਕ ਹਿੱਤ ਦੀ ਆਵਾਜ਼ ਕੱਢਦੇ ਹੋਣ ਉਹਨਾਂ ਦੇ ਵਿਰੁੱਧ ਟਵੀਟ ਤੇ ਫਿਰ ਰੀਟਵੀਟ ਤੇ ਫਿਰ ਉਹਨੂੰ ਕਿਸ ਤਰੀਕੇ ਉਹਦੇ 'ਚ ਸੱਚ ਝੂਠ ਮਿਲਾ ਕੇ ਉਸ ਦੇ ਵਿਰੁੱਧ ਇੱਕ ਜਿਹਾਦ ਛੇੜਿਆ ਜਾਂਦਾ। ਇਹਦੇ ਲਈ ਬਾਕਾਇਦਾ ਰਿਸਰਚ ਮੈਸਾਚਿਊਸੈਟਸ ਇੰਸਟੀਚਿਊਟ ਤੋਂ ਆ ਚੁੱਕੀ ਹੈ ਕਿ ਜਦੋਂ ਕੋਈ ਮਨੁੱਖੀ ਅਧਿਕਾਰ ਦੀ ਗੱਲ ਕਰਦਾ ਹੈ ਕਿਸ ਤਰੀਕੇ ਜਾਂ ਤਾਂ ਸਿੱਧਾ ਗੋਲੀਆਂ ਮਾਰ ਕੇ ਵਿੰਨ ਦਿੰਦੇ ਨੇ, ਜੋ ਕਿ ਸਾਡੇ ਇੱਕ ਪੱਤਰਕਾਰ ਨਾਲ ਹੋਇਆ। ਉਹ ਵੀਰ ਜਿਵੇਂ ਜਿਗਰਾ ਵਿਖਾਉਂਦਾ ਮਾਈਨਿੰਗ ਦੀਆਂ ਲਾਈਵ ਫੋਟੋਜ਼ ਕਰਕੇ ਆ ਰਿਹਾ ਸੀ, ਕਿਵੇਂ ਉਹਦੇ ਨਾਲ SSPV ਸੀ, ਕਿਵੇਂ ਆਪਾਂ ਨੂੰ ਪਤਾ ਹੈ ਐਕਸੀਡੈਂਟ ਵਿੱਚ ਮਾਰ ਮੁਕਾਇਆ ਗਿਆ, ਕੋਈ ਇਹ ਲੁਕੀ ਹੋਈ ਗੱਲ ਨਹੀਂ। ਸੋ ਜਾਂ ਤਾਂ ਸਿੱਧਾ ਵਾਰ ਕੀਤਾ ਜਾਂਦਾ, ਇਹਨਾਂ ਨੂੰ ਮਾਰ ਮੁਕਾ ਦਿੱਤਾ ਜਾਵੇ, ਨਹੀਂ ਤਾਂ ਫਿਰ ਇਹ ਟਵਿੱਟਰ ਵਾਰ ਇਹਦਾ ਨਾਂ ਹੈ ਜਿਹਦੇ ਰਾਹੀਂ ਉਹ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿ ਟਵੀਟ ਰੀਟਵੀਟ ਕਰਕੇ ਉਸ ਬੰਦੇ ਦੀ ਐਸੀ ਨਿਖੇਧੀ ਕਰ ਦਿੱਤੀ ਜਾਂਦੀ ਹੈ, ਲੋਕ ਆਵਾਜ਼ ਉਹਦੇ ਵਿਰੁੱਧ ਝੂਠ ਉਹਦੇ ਖਿਲਾਫ ਜੋ ਬੋਲ ਕੇ ਜਿਹੜੀ ਸ਼ੁਰੂ ਕੀਤਾ ਜਾਂਦਾ ਕਿ ਉਹ ਬੰਦੇ ਦੀ ਸੱਚ ਵੀ ਜੋ ਬੋਲ ਰਿਹਾ ਹੁੰਦਾ ਲੋਕ ਸੁਣਨ ਨੂੰ ਹੀ ਤਿਆਰ ਨਹੀਂ ਹੁੰਦੇ ਕਿ ਨਹੀਂ ਜੀ ਨਹੀਂ, ਇਹ ਹੋ ਹੀ ਨਹੀਂ ਸਕਦਾ। ਸੋ ਇਹ ਢੰਗ ਤਰੀਕੇ ਹੁੰਦੇ ਨੇ ਸਿਆਸਤਦਾਨਾਂ ਦੇ ਜਿਨ੍ਹਾਂ ਲਈ ਪੂਰਾ ਗਿਰੋਹ ਹੈ, ਖਿਮਾ ਕਰਿਓ ਸ਼ਬਦ ਮਾੜਾ ਹੈ ਪਰ ਗਿਰੋਹ ਤਿਆਰ ਕੀਤਾ ਪਿਆ ਇਹ ਸਿਆਸਤਦਾਨਾਂ ਨੇ ਜਿਹੜਾ ਸਿਰਫ ਹੀ ਇਸ ਪਾਸੇ ਦੇ ਹੀ ਕੰਮ ਕਰ ਰਿਹਾ ਐਂਡ ਦੇ ਆਰ ਬੀਇੰਗ ਪੇਡ। ਇਹਨਾਂ ਨੂੰ ਮਹੀਨਾਵਾਰ ਬਕਾਇਦਾ ਤਨਖਾਹ ਦਿੱਤੀ ਜਾਂਦੀ ਹੈ ਇਸ ਕੰਮ ਨੂੰ, ਇਸ ਜੁਰਮ ਨੂੰ ਲੁਕਾਉਣ ਲਈ ਤੇ ਜਿਹੜਾ ਇਸ ਨੂੰ ਉਜਾਗਰ ਕਰ ਰਿਹਾ ਉਹਦੇ ਵਿਰੁੱਧ ਜਿਹਾਦ ਛੇੜਨ ਲਈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਸੋ ਪਤਾ ਨਹੀਂ ਕਿੱਥੇ ਅੰਤ ਹੋਏਗਾ, ਇਹਦਾ ਅੰਤ ਹੋਏਗਾ ਵੀ ਕਿ ਨਹੀਂ। ਬਿਲਕੁਲ ਭਾਜੀ, ਪਰ ਇਹ ਕੁੰਭ ਕਰਨੀ ਨੀਂਦ ਤੋਂ ਜਗਾਉਣ ਲਈ ਜੋ ਲੋਕਾਂ ਨੂੰ ਤੁਸੀਂ ਇੰਨਾ ਜਿਗਰਾ ਵਿਖਾਇਆ, ਮੈਂ ਸਿਜਦਾ ਕਰਦੀ ਹਾਂ ਤੁਹਾਡੇ 'ਚ ਹੀ ਦਮ ਹੈ ਇਹੋ ਜਿਹੀ ਗੱਲ ਨੂੰ ਉਜਾਗਰ ਕਰਕੇ ਲਿਆਉਣ ਲਈ। ਸ਼ਾਇਦ ਕਿਸੇ ਨੂੰ ਸਮਝ ਆਵੇ ਕਿ ਤਬਦੀਲੀ ਉੱਪਰਲੀ ਪੱਧਰ ਤੇ ਲੋੜ ਹੈ, ਹੇਠਲੀ ਪੱਧਰ ਤੇ ਨਹੀਂ। ਸੋ ਇਹ ਜਦ ਤੱਕ ਸਾਡਾ ਯੂਥ ਜਾਗ ਕੇ ਆਪਣੇ ਹੱਕਾਂ ਲਈ ਨਹੀਂ ਆਵਾਜ਼ ਚੁੱਕਦਾ ਤੇ ਆਪ ਸਿਆਸਤ ਨਹੀਂ ਸਾਂਭਦਾ, ਖਿਮਾ ਕਰਿਓ ਇਹ ਤਾਂ ਸੱਜੇ ਖੱਬੇ ਡੁੱਲਣ ਬੰਟੇ ਨੇ, ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਜਾਣ ਵਾਲੇ, ਇਹਦੇ ਵਿੱਚ ਤਬਦੀਲੀ ਨਜ਼ਰ ਕਦੇ ਨਹੀਂ ਆਣੀ ਜਦ ਤੱਕ ਕਿ ਸਾਡੇ ਨੌਜਵਾਨ ਇਹ ਸਾਰਾ ਉੱਪਰ ਥੱਲੇ ਦਾ ਜੋ ਬਣਾਇਆ ਪਿਆ ਇਹਨਾਂ ਨੇ ਢਾਂਚਾ ਇਹਨੂੰ ਤਬਦੀਲ ਨਹੀਂ ਕਰਦੇ, ਆਪ ਨਿਆਂ ਪਾਲਕ ਵੀ ਬਣਨ, ਨਿਆਂ ਬਣਾਉਣ ਵਾਲੇ ਵੀ ਬਣਨ ਤੇ ਫਿਰ ਇਹ ਸਿਆਸਤ ਵਿੱਚ ਫੇਰ ਬਦਲ ਲਿਆਉਣ, ਤਾਂ ਹੀ ਕੁਛ ਅਸੀਂ ਸਮਝ ਸਕਦੇ ਹਾਂ ਆਉਣ ਵਾਲਾ ਸਮਾਂ ਵਾਕਈ ਕੁਛ ਸੁਹਿਰਦ ਹੋ ਸਕੇਗਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ, ਧੰਨਵਾਦ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਫਿਲਹਾਲ ਇੰਨਾ ਹੀ। ਜੇਕਰ ਤੁਸੀਂ ਇਸ ਵਕਤ ਸਾਨੂੰ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਤਾਂ ਦੋਨੇ ਚੈਨਲਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਬਦੌਲਤ ਜਿਹੜਾ ਕਰਦੇ ਹਾਂ। ਹੁਣ ਰੇਡੀਓ ਪੰਜਾਬ ਟੂਡੇ ਵੱਲੋਂ ਮੈਂ
ਕੋਸ਼ਿਸ਼ ਵੀ ਕੀਤੀ ਹੈ, ਥੋੜ੍ਹਾ ਜਿਹਾ ਇੰਟਰਵਿਊਜ਼ ਨੇ ਬੀਬੀ ਕਿਰਨਜੋਤ ਕੌਰ ਦੀਆਂ, ਬੀਬੀ ਜੰਗੀਰ ਕੌਰ ਦੀਆਂ, ਉਸ ਪਰਿਵਾਰ ਦੀ ਵੀ ਇੰਟਰਵਿਊ ਲਈ ਹੈ ਜਿਨ੍ਹਾਂ ਦਾ ਰਿਹਾਇਸ਼ ਸੀਗੀ ਗਲਿਆਰਾ ਦੇ ਵਿੱਚ, ਉਹ ਕਿਵੇਂ ਢਾਇਆ ਗਿਆ, ਸਾਰਾ ਕੁਛ ਤੁਸੀਂ ਤਮਾਮ ਜਿਹੜੀਆਂ ਰਿਪੋਰਟਸ ਆ ਉਹ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਦੇਖ ਸਕਦੇ ਹੋ। ਸੋ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ, ਅਤੇ ਇਸ ਦੇ ਨਾਲ ਸਾਡਾ ਹੌਸਲਾ ਅਫਜ਼ਾਈ ਵੀ ਹੁੰਦੀ ਹੈ। ਤੁਸੀਂ ਵੀ ਜੇਕਰ ਫੇਸਬੁੱਕ ਪੇਜ, YouTube ਚੈਨਲ ਅਤੇ ਰੇਡੀਓ ਦੇ ਉੱਤੇ ਐਡ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 97-801 41-741 'ਤੇ। ਫਿਲਹਾਲ ਮੈਨੂੰ ਸਵਰਨ ਸਿੰਘ ਦਾਨੇ ਵਾਲੀਆਂ ਨੂੰ ਦਿਓ ਜੀ ਇਜਾਜ਼ਤ, ਅਤੇ ਫਿਰ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਮੁੱਦੇ ਦੇ ਨਾਲ, ਨਵੀਂ ਗੱਲਬਾਤ ਦੇ ਨਾਲ, ਨਵੇਂ ਮਹਿਮਾਨਾਂ ਦੇ ਨਾਲ।